ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ 8 ਦੋ ਤੁਕੇ 7 ਇੱਕ ਤੁਕਾ ਇੱਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ। ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ। ਰਹਾਉ ਬਾਰਕ ਤੇ ਬਿਰਧ ਭਇਆ ਹੋਣਾ ਸੋ ਹੋਇਆ। ਜਾ ਜਮ ਆਏ ਝੋਟ ਪਕੜੈ ਤਬ ਹੈ ਕਾਹੇ ਰੋਇਆ। ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ। ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ। ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ। ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ। ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ 8 ਦੋ ਤੁਕੇ 7 ਇੱਕ ਤੁਕਾ ਇੱਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਵੇਲੇ ਆਸਾ ਰਾਗ ਦੀ ਭਗਤ ਬਾਣੀ ਦੇ ਅੰਦਰ ਲੜੀਵਾਰ ਕਥਾ ਚੱਲ ਰਹੀ ਹੈ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਨੇ ਜੋ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ, ਉਹਨਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ ਭਗਤ ਕਬੀਰ ਜੀ ਦੇ 22 ਚੌਪਦੇ ਤਥਾ ਪੰਚਪਦੇ ਸ਼ਬਦ ਸੰਪੂਰਨ ਹੋਏ ਹਨ। ਹੁਣ ਅੱਗੇ ਫਿਰ ਆਸਾ ਰਾਗ ਦੇ ਅੰਦਰ ਹੀ ਭਗਤ ਕਬੀਰ ਜੀ ਦੇ ਸ਼ਬਦ ਆਰੰਭ ਹੋ ਰਹੇ ਹਨ। ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ 8 ਦੋ ਤੁਕੇ 7 ਇੱਕ ਤੁਕਾ ਇੱਕ। ਇਹ ਅੱਗੇ ਆਉਣ ਵਾਲੇ ਸ਼ਬਦਾਂ ਦੀ ਗਿਣਤੀ ਹੈ। ਤੇ ਪਦੇ 3 ਪਦਿਆਂ ਵਾਲੇ 8 ਸ਼ਬਦ, 2 ਤੁਕਾਂ ਵਾਲੇ 7 ਸ਼ਬਦ, ਇੱਕ ਤੁਕ ਪੰਕਤੀ ਵਾਲਾ ਇੱਕ ਸ਼ਬਦ ਅੱਗੇ ਭਗਤ ਕਬੀਰ ਜੀ ਦਾ ਆ ਰਿਹਾ ਹੈ। ਸਭ ਤੋਂ ਪਹਿਲਾਂ ਭਗਤ ਜੀ ਨੇ ਵਾਸਤੂ ਨਿਰਦੇਸ਼ ਰੂਪ ਮੰਗਲ ਕੀਤਾ ਹੈ
ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਭਗਤ ਕਬੀਰ ਜੀ ਦੇ ਪਾਸ ਕੁਝ ਸੰਗਤਾਂ ਆਈਆਂ ਹਨ। ਉਹਨਾਂ ਨੇ ਬੇਨਤੀ ਕੀਤੀ, ਭਗਤ ਜੀ ਕਿਰਪਾ ਕਰੋ ਸਾਨੂੰ ਉਪਦੇਸ਼ ਦਿਓ। ਤਾਂ ਭਗਤ ਕਬੀਰ ਜੀ ਨੇ ਉਹਨਾਂ ਸੰਗਤਾਂ ਨੂੰ ਇਹ ਸ਼ਬਦ ਦੁਆਰਾ ਉਪਦੇਸ਼ ਦਿੱਤਾ ਹੈ, ਗੁਰੂ ਪਿਆਰਿਓ, ਗੁਰੂ ਦੁਲਾਰਿਓ, ਮਨੁੱਖਾ ਜਨਮ ਬੜਾ ਹੀ ਕੀਮਤੀ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ ਨ ਬਾਰੈ ਬਾਰ। ਜਿਉ ਬਾਨ ਫਲ ਪਾ ਕੇ ਭੂਇ ਗਿਰਹਿ, ਬਹੁਰ ਨ ਲਾਗਹਿ ਡਾਰ। 84 ਲੱਖ ਜੂਨ ਵਿੱਚ ਉਤਮ ਜਨਮ ਸੋ ਮਾਨਸ ਦੇਹੀ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ ਹੈ। ਇਸੇ ਲਈ ਕਿਸੇ ਵਿਦਵਾਨ ਨੇ ਇਹ ਵੀ ਗੱਲ ਆਖੀ ਹੈ, ਮਨੁੱਖ ਇੱਕ ਇਹੋ ਜਿਹਾ ਜੀਵ ਹੈ ਜਿਸ ਦੇ ਪੈਰ ਤੇ ਨਰਕਾਂ ਦੇ ਨਾਲ ਲੱਗਦੇ ਨੇ ਤੇ ਸਿਰ ਸਵਰਗਾਂ ਦੇ ਨਾਲ ਲੱਗਿਆ ਹੋਇਆ ਹੈ। ਭਾਵ ਜੇ ਤਾਂ ਮਨੁੱਖ ਨੀਵੇਂ ਪਾਸੇ ਵੱਲ ਨੂੰ ਤੁਰ ਪਵੇ, ਨਰਕਾਂ ਦੇ ਵਿੱਚ ਚਲਿਆ ਜਾਂਦਾ ਹੈ। ਜੇ ਆਪਣੇ ਦਿਮਾਗ ਨੂੰ ਸਹੀ ਤਰੀਕੇ ਦੇ ਨਾਲ ਵਰਤੇ, ਉਸ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ, ਸੇਵਾ ਸਿਮਰਨ ਦੀ ਕਾਲ ਕਾਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਫਿਰ ਇਹ ਬਿਹਸ਼ਤਾਂ ਦਾ, ਬੈਕੁੰਠ ਦਾ ਵੀ ਅਧਿਕਾਰੀ ਬਣ ਸਕਦਾ ਹੈ। ਸੋ ਭਗਤ ਕਬੀਰ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ, ਬੀਜ ਨਾਹੀ ਬੋਇਆ। ਰਹਾਉ ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਭਗਤ ਕਬੀਰ ਜੀ ਫਰਮਾਉਂਦੇ ਨੇ, ਪ੍ਰਾਨੀ ਕਾਹੇ ਕੋ ਲੋਭ ਲਾਗੇ। ਐ ਪ੍ਰਾਣਾਧਾਰੀ ਜੀਵੋ, ਐ ਦੁਨੀਆ ਦੇ ਲੋਗੋ, ਤੁਸੀਂ ਕਾਹਦੇ ਵਾਸਤੇ ਪਦਾਰਥਾਂ ਦੇ, ਮਾਇਆ ਦੇ ਲੋਭ ਦੇ ਵਿੱਚ ਲੱਗੇ ਫਿਰਦੇ ਹੋ। ਰਤਨ ਜਨਮ ਖੋਇਆ। ਆ ਜੋ ਰਤਨ ਵਰਗਾ ਅਮੋਲਕ ਜਨਮ ਮਨੁੱਖਾ ਜਨਮ ਸੀ, ਉਹ ਤੁਸਾਂ ਐਵੇਂ ਹੀ ਗਵਾ ਲਿਆ। ਇੱਕ ਥਾਂ ਤੇ ਸਤਿਗੁਰੂ ਨੇ ਹੀਰੇ ਜੈਸਾ ਜਨਮ ਵੀ ਲਿਖਿਆ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਹੀਰਾ ਵੀ ਬੜਾ ਅਮੋਲਕ ਹੁੰਦਾ ਹੈ, ਰਤਨ ਵੀ ਬੜਾ ਅਮੋਲਕ ਹੁੰਦਾ ਹੈ। ਇਹ ਸਾਡਾ ਜਨਮ ਵੀ ਰਤਨ ਵਰਗਾ ਅਮੋਲਕ ਸੀ। ਤੁਸੀਂ ਇਹਨੂੰ ਐਵੇਂ ਹੀ ਭੰਗ ਦੇ ਪਾੜੇ ਗੁਆ ਲਿਆ ਹੈ, ਅਥਵਾ ਇਸ ਹੀਰੇ ਨੂੰ ਤੁਸੀਂ ਕੌਡੀਆਂ ਦੇ ਭਾਅ ਗੁਆ ਲਿਆ ਹੈ। ਪੂਰਬ ਜਨਮ ਕਰਮ ਭੂਮ, ਪਿਛਲੇ ਜਨਮ ਦੇ ਅੰਦਰ ਕਰਮ ਭੂਮੀ ਸਰੀਰ ਦੇ ਅੰਦਰ ਬੀਜ ਨਾਹੀ ਬੋਇਆ। ਤੁਸੀਂ ਕੋਈ ਪੁੰਨ ਕਰਮਾਂ ਦਾ, ਸ਼ੁਭ ਕਰਮਾਂ ਦਾ, ਸ਼ੁਭ ਅਮਲਾਂ ਦਾ ਬੀਜ ਨਹੀਂ ਬੀਜਿਆ। ਇਸੇ ਕਰਕੇ ਹੁਣ ਦੂਸਰੇ ਜਨਮ ਦੇ ਵਿੱਚ ਆ ਕੇ ਵੀ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਮਾਇਆ ਪਿੱਛੇ, ਧਨ ਪਦਾਰਥਾਂ ਦੇ ਪਿੱਛੇ ਦੌੜੇ ਫਿਰਦੇ ਹੋ ਤੇ ਇਸ ਮਨੁੱਖਾ ਜਨਮ ਰੂਪੀ ਰਤਨ ਨੂੰ ਐਵੇਂ ਗਵਾਈ ਜਾ ਰਹੇ ਹੋ। ਲਓ ਹੁਣ ਆਰੰਭ ਤੋਂ ਭਗਤ ਕਬੀਰ ਜੀ ਸਾਡੇ ਸਰੀਰ ਦੀ ਬਣਤਰ ਕਿਵੇਂ ਬਣੀ ਹੈ ਇਹਦੇ ਬਾਰੇ ਦੱਸ ਕੇ ਤੇ ਫਿਰ ਜਿਵੇਂ ਜਿਵੇਂ ਅਸੀਂ ਆਪਣੀ ਇਸ ਜੀਵਨ ਨੂੰ ਬਤੀਤ ਕਰਦੇ ਹਾਂ ਉਹਦੇ ਬਾਰੇ ਵੀ ਜਾਣਕਾਰੀ ਦੇ ਰਹੇ ਹਨ।
ਲੋ ਆਪ ਸੰਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇਆ। ਲੋ ਭਗਤ ਕਬੀਰ ਜੀ ਫਰਮਾਉਂਦੇ ਹਨ, ਐ ਸੰਸਾਰੀ ਲੋਕੋ, ਐ ਦੁਨੀਆ ਦੇ ਬੰਦਿਓ, ਵੇਖੋ ਤੁਹਾਡਾ ਸਰੀਰ ਕਿਸ ਤਰ੍ਹਾਂ ਬਣਿਆ ਹੈ। ਬਿੰਦ ਤੇ ਜਨ ਪਿੰਡ ਕੀਆ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰਿਆ ਕਾਰਾ। ਪਿਤਾ ਦੇ ਬਿੰਦ ਦਾ ਅਰਥ ਹੈ ਵੀਰਜ ਤੋਂ। ਜਿਸ ਵਾਹਿਗੁਰੂ ਪਰਮੇਸ਼ਰ ਨੇ ਤੁਹਾਡਾ ਪਿੰਡ ਸਰੀਰ ਰਚਿਆ ਹੈ, ਅਗਨ ਕੁੰਡ ਰਹਾਇਆ, ਤੇ ਫਿਰ ਇਹਨੂੰ ਅਗਨ ਦੇ ਕੁੰਡ ਭਾਵ ਮਾਤਾ ਦੇ ਗਰਭ ਦੇ ਵਿੱਚ, ਜਿੱਥੇ ਜਠਰਾਗਨ ਅਗਨੀ ਵੀ ਹੁੰਦੀ ਹੈ, ਉੱਥੇ ਇਸ ਨੂੰ ਟਿਕਾਇਆ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਪਿਤਾ ਦੀ ਬਿੰਦ ਤੋਂ ਸਾਡਾ ਸਰੀਰ ਬਣਾਇਆ ਤੇ ਫਿਰ ਉਸ ਨੂੰ ਮਾਤਾ ਦੇ ਗਰਭ ਦੇ ਵਿੱਚ ਅੱਗ ਦੇ ਕੁੰਡ ਦੇ ਵਿੱਚ ਟਿਕਾ ਦਿੱਤਾ। 10 ਮਾਸ ਮਾਤਾ ਉਦਰ ਰਾਖਿਆ, ਬਹੁਰ ਲਾਗੀ ਮਾਇਆ। ਲੋ ਪੂਰੇ 10 ਮਹੀਨੇ ਇਸ ਜੀਵ ਨੂੰ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਗਿਆ। 10 ਮਹੀਨੇ ਤੋਂ ਬਾਅਦ ਜਦੋਂ ਮਨੁੱਖ ਨੇ ਜਨਮ ਲਿਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਫਿਰ ਉਸੇ ਵੇਲੇ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ, ਬਹੁਰ ਲਾਗੀ ਮਾਇਆ, ਤੇ ਫਿਰ ਮਾਇਆ ਇਸ ਨੂੰ ਚਿੰਬੜ ਗਈ। ਕਿਵੇਂ ਕਿਵੇਂ ਮਾਇਆ ਦਾ ਅਸਰ ਇਸ ਜੀਵ ਤੇ ਪੈਂਦਾ ਹੈ, ਉਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਝ ਰਾਗ ਦੀ ਵਾਰ ਵਿੱਚ ਇੱਕ ਸ਼ਲੋਕ ਉਚਾਰਨ ਕੀਤਾ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰੋ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੇ ਸਾਹ, ਦਸਵੇਂ ਦੱਦਾ ਹੋਆ ਸੁਆਹ। ਮਨੁੱਖੀ ਜੀਵਨ ਦੀਆਂ 10 ਸਟੇਜਾਂ ਦਾ ਜ਼ਿਕਰ ਕਰਕੇ ਜਿਵੇਂ ਜਿਵੇਂ ਸਾਡੇ ਸਰੀਰ ਤੇ ਸਾਡੇ ਜੀਵਨ ਤੇ ਮਾਇਆ ਦਾ ਅਸਰ ਪੈਂਦਾ ਹੈ, ਉਹਦਾ ਸਤਿਗੁਰੂ ਮਹਾਰਾਜ ਨੇ ਸਾਨੂੰ ਬੋਧ ਤੇ ਗਿਆਨ ਬਖਸ਼ਿਸ਼ ਕੀਤਾ ਹੈ। ਇੱਥੇ ਭਗਤ ਜੀ ਫਰਮਾਉਂਦੇ ਨੇ, ਜਦੋਂ 10 ਮਹੀਨੇ ਮਾਤਾ ਦੇ ਉਦਰ ਦੇ ਵਿੱਚ ਰੱਖਿਆ, ਉਸ ਤੋਂ ਬਾਅਦ ਬਾਹਰ ਆਉਣ ਸਾਰ ਹੀ ਇਸ ਨੂੰ ਮਾਇਆ ਚਿੰਬੜ ਗਈ। ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ, ਪੂਰਬ ਜਨਮ ਕਰਮ ਭੂਮ, ਬੀਜ ਨਾਹੀ ਬੋਇਆ ਰਹਾਉ। ਭਗਤ ਕਬੀਰ ਜੀ ਫਰਮਾਉਂਦੇ ਨੇ, ਐ ਪ੍ਰਾਣਾ ਤਾਰੀ ਜੀਵ, ਐ ਦੁਨੀਆ ਦੇ ਲੋਗੋ, ਇਹ ਤੁਹਾਡਾ ਮਨੁੱਖਾ ਜਨਮ ਰਤਨ ਵਰਗਾ ਅਮੋਲਕ ਸੀ, ਤੇ ਤੁਸੀਂ ਕਿਉਂ ਮਾਇਆ ਦੇ ਧਨ ਦੇ ਲੋਭ ਦੇ ਵਿੱਚ ਲੱਗੇ ਫਿਰਦੇ ਹੋ, ਤੇ ਇਸ ਲੋਭ ਦੇ ਵਿੱਚ ਲੱਗ ਕੇ ਤੁਸੀਂ ਆਪਣੇ ਜਨਮ ਨੂੰ ਐਵੇਂ ਵਿਅਰਥ ਗਵਾ ਲਿਆ ਹੈ। ਇਸ ਲਈ ਕਾਹਦੇ ਲਈ ਤੁਸੀਂ ਧਨ ਦੇ ਮਾਇਆ ਦੇ ਪਦਾਰਥਾਂ ਦੇ ਲੋਭ ਦੇ ਵਿੱਚ ਲੱਗੇ ਫਿਰਦੇ ਹੋ। ਇਸ ਤਰ੍ਹਾਂ ਤੁਸੀਂ ਰਤਨ ਵਰਗੇ ਅਮੋਲਕ ਜਨਮ ਨੂੰ ਗਵਾ ਲਿਆ ਹੈ। ਪਿਛਲੇ ਜਨਮ ਦੇ ਅੰਦਰ ਵੀ ਤੁਸੀਂ ਇਹ ਕਰਮ ਭੂਮੀ ਸਰੀਰ ਨੂੰ ਪ੍ਰਾਪਤ ਕਰਕੇ ਬੀਜ ਨਹੀਂ ਬੋਇਆ, ਤੁਸੀਂ ਸ਼ੁਭ ਕਰਮਾਂ ਦਾ ਬੀਜ ਨਹੀਂ ਬੀਜਿਆ, ਅਥਵਾ ਨਾਮ ਦਾ ਬੀਜ ਵੀ ਨਹੀਂ ਬੀਜਿਆ, ਕਿਉਂਕਿ ਬਾਣੀ ਦੇ ਵਿੱਚ ਬੇਅੰਤ ਸਤਿਗੁਰੂ ਮਹਾਰਾਜ ਨੇ ਉਦਾਹਰਣਾਂ ਦਿੱਤੀਆਂ ਹਨ। ਇੱਕ ਥਾਂ ਤੇ ਇਹ ਵੀ ਸਤਿਗੁਰੂ ਦੇ ਬਚਨ ਆਏ ਨੇ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ। ਰੇ ਮਨ
ਵਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੂਆ ਪਲੋ ਸਮੂਹ ਸੁਆਓ। ਇਹ ਨਾਮ ਦਾ ਬੀਜ ਵੀ ਤੁਸਾਂ ਨਹੀਂ ਬੀਜਿਆ। ਬਾਰਕ ਤੇ ਬਿਰਧ ਭਇਆ, ਹੋ ਨਾ ਸੋ ਹੋਇਆ। ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਪਹਿਲਾਂ ਬੱਚਾ ਸੀ, ਫਿਰ ਬੱਚੇ ਤੋਂ ਜਵਾਨ ਹੋਇਆ, ਜਵਾਨ ਹੋ ਕੇ ਫਿਰ ਬਿਰਧ ਪਿਆ, ਬੁੱਢਾ ਵੀ ਹੋ ਗਿਆ। ਹੋਣਾ ਸੋ ਹੋਇਆ, ਜੋ ਕੁਛ ਹੋਣਾ ਸੀ ਉਹ ਹੋ ਗਿਆ। ਭਾਵ ਆਪਣੀ ਸਾਰੀ ਉਮਰ ਐਵੇਂ ਅਜਾਈ ਗਵਾ ਲਈ। ਜਾ ਜਮ ਆਏ ਝੋਟ ਪਕੜੈ, ਤਬ ਹੈ ਕਾਹੇ ਰੋਇਆ। ਲੋ ਭਗਤ ਜੀ ਕਹਿੰਦੇ ਨੇ, ਹੁਣ ਜਦੋਂ ਬਿਰਧ ਅਵਸਥਾ ਤੋਂ ਬਾਅਦ ਅੱਗੇ ਕੀ ਆਉਂਦਾ ਹੈ? ਭਗਤ ਜੀ ਕਹਿੰਦੇ ਨੇ, ਅੱਗੇ ਫਿਰ ਮੌਤ ਆਉਂਦੀ ਹੈ। ਮੌਤ ਦੇ ਸਮੇਂ ਜਦੋਂ ਜਮ ਆ ਕੇ ਝੋਟ ਪਕੜੈ, ਝੋਟ ਦਾ ਅਰਥ ਹੈ ਵੀ ਝਾਟੇ ਤੋਂ ਪਕੜਦਾ ਹੈ। ਪੰਜਾਬੀ ਦਾ ਲਫ਼ਜ਼ ਹੈ ਝਾਟਾ, ਹਿੰਦੀ ਵਿੱਚ ਝੋਟ ਕਹਿ ਦਿੰਦੇ ਨੇ। ਜਾਂ ਜਮ ਆਏ ਝੋਟ ਪਕੜੈ, ਜਦੋਂ ਜਮ ਆ ਕੇ ਝਾਟੇ ਤੋਂ, ਕੇਸਾਂ ਤੋਂ ਪਕੜਦਾ ਹੈ, ਤਬ ਹੈ ਕਾਹੇ ਰੋਇਆ, ਬਈ ਉਸ ਵੇਲੇ ਕਾਹਦੇ ਵਾਸਤੇ ਰੋਣਾ? ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਜਵਾਨੀ ਦਿੱਤੀ, ਸੁੰਦਰ ਸਰੀਰ ਦਿੱਤਾ, ਸੋਹਣੇ ਅੰਗ ਪ੍ਰਤੰਗ ਦਿੱਤੇ, ਤੈਨੂੰ ਸੋਹਣਾ ਸਮਾਂ ਦਿੱਤਾ, ਸਾਰੀਆਂ ਸੁੱਖ ਸਹੂਲਤਾਂ ਵੀ ਦਿੱਤੀਆਂ, ਉਦੋਂ ਤਾਂ ਤੂੰ ਨਾਮ ਜਪਿਆ ਨਹੀਂ, ਤੇ ਜਦੋਂ ਅੰਤ ਦਾ ਸਮਾਂ ਆਇਆ ਤੇ ਜਮਾ ਨੇ ਪਕੜਿਆ ਤੇ ਫਿਰ ਤੂੰ ਰੋਣ ਲੱਗ ਪਿਆ ਵੀ ਫਿਰ ਹੁਣ ਕਾਹਦੇ ਵਾਸਤੇ ਰੋਣਾ? ਤੈਨੂੰ ਆਪਣੇ ਸਮੇਂ ਦੀ ਕਦਰ ਕਰਨੀ ਚਾਹੀਦੀ ਸੀ। ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਸਮੇਂ ਦੀ ਵਿਚਾਰ ਕਰਦਾ ਹੈ, ਸਮੇਂ ਦੀ ਸੰਭਾਲ ਕਰਦਾ ਹੈ, ਉਹੀ ਸਿਆਣਾ ਮਨੁੱਖ ਸਦਵਾਉਂਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ, ਜਦੋਂ ਸਮਾਂ ਸੀ ਉਹ ਸਮੇਂ ਤੂੰ ਕਦਰ ਨਹੀਂ ਕੀਤੀ। ਜਦੋਂ ਜਮਾ ਨੇ ਆ ਕੇ ਝਾਟੇ ਤੋਂ ਪਕੜਿਆ ਤੇ ਉਸ ਵੇਲੇ ਫਿਰ ਰੋਣ ਲੱਗ ਪਿਆ। ਹੁਣ ਦੱਸ ਕਾਹਦੇ ਵਾਸਤੇ ਰੋ ਰਿਹਾ ਹੈ? ਜੀਵਨ ਕੀ ਆਸ ਕਰਹਿ, ਜਮ ਨਿਹਾਰੈ ਸਾਸਾ। ਲੋ ਭਗਤ ਜੀ ਕਹਿੰਦੇ ਨੇ, ਵੇਖ ਲੋ ਜਮ ਹਰ ਵੇਲੇ ਇਹਦੇ ਸਵਾਸਾਂ ਨੂੰ ਵੇਖ ਰਿਹਾ ਹੈ। ਭਾਵ ਇਹਦੇ ਕਦੋਂ ਸਵਾਸ ਪੂਰੇ ਹੁਣ ਮੈਂ ਇਸ ਨੂੰ ਮਾਰ ਕੇ ਲੈ ਜਾਵਾਂ। ਪਰ ਇਹ ਹਾਲੇ ਵੀ ਜੀਵਨ ਦੀ ਆਸ ਕਰਦਾ। ਬੁੱਢਾ ਹੋ ਕੇ ਵੀ ਜੀਵਨ ਦੀ ਆਸ ਮੁੱਕਦੀ ਨਹੀਂ। ਹਾਲੇ ਮਨੁੱਖ ਚਾਹੁੰਦਾ ਹੋਰ ਜਿਉਂ ਲਵਾਂ, ਹੋਰ ਜਿਉਂ ਲਵਾਂ। ਇਉਂ ਜੀਵਨ ਦੀ ਲੰਬੀ ਆਸ ਕਰਦਾ ਹੈ। ਪਹਿਲਾਂ ਤੇ ਸੋਚਦਾ ਹੈ ਵੀ ਚਲੋ ਮੈਂ ਆਪਣੇ ਮੁੰਡਿਆਂ ਦਾ ਵਿਆਹ ਕਰਨਾ ਹੈ, ਚਲੋ ਉਸ ਤੋਂ ਬਾਅਦ ਜੋ ਕੁਝ ਹੋਣਾ ਹੋ ਜਾਵੇ। ਪਰ ਫਿਰ ਜਦੋਂ ਮੁੰਡਿਆਂ ਦਾ ਵਿਆਹ ਹੋ ਜਾਂਦਾ, ਹੁਣ ਪੋਤਰੇ ਦਾ ਮੂੰਹ ਵੀ ਦੇਖਣਾ, ਤੇ ਫਿਰ ਅੱਗੇ ਤੋਂ ਅੱਗੇ ਜੀਵਨ ਦੀ ਆਸ ਵਧੀ ਜਾਂਦੀ ਹੈ। ਪਰ ਭਗਤ ਜੀ ਕਹਿੰਦੇ ਨੇ, ਜਮ ਤੇ ਤੇਰੇ ਸਵਾਸਾਂ ਨੂੰ ਵੇਖ ਰਿਹਾ ਹੈ, ਕਦੋਂ ਸਵਾਸ ਪੂਰੇ ਹੋਣ, ਤੇ ਤੂੰ ਅੱਗੇ ਹੋਰ ਜੀਵਨ ਦੀ ਆਸ ਕਰੀ ਜਾ ਰਿਹਾ ਹੈ। ਬਾਜੀਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਲੋ ਅਖੀਰ ਤੇ ਭਗਤ ਜੀ ਕਹਿੰਦੇ ਨੇ, ਵੇਖ ਇਹ ਜਿਹੜਾ ਸੰਸਾਰ ਹੈ ਇਹ ਤੇ ਬਾਜੀਗਰੀ, ਬਾਜੀਗਰ ਦੀ ਇੱਕ ਖੇਡ ਵਰਗਾ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰ। ਬਾਜੀਗਰ ਦੀ ਖੇਡ ਥੋੜੇ ਸਮੇਂ ਲਈ ਹੁੰਦੀ ਹੈ, ਇਸੇ ਲਈ ਸੰਸਾਰ ਤੇ ਬਾਜੀਗਰ ਦੀ ਖੇਡ ਵਰਗਾ ਹੈ। ਚੇਤ ਟਾਲ ਪਾਸਾ, ਤੇ ਤੂੰ ਉਸ ਵਾਹਿਗੁਰੂ ਨੂੰ ਚੇਤੇ ਕਰ, ਵਾਹਿਗੁਰੂ ਦਾ ਸਿਮਰਨ ਕਰ। ਟਾਲ ਪਾਸਾ, ਤੂੰ ਇਹੋ ਜਿਹਾ ਪਾਸਾ ਢਾਲ, ਭਾਵ ਇਹੋ ਜਿਹਾ ਤੂੰ ਆਪਣੇ ਜੀਵਨ ਦੇ ਵਿੱਚ ਨੁਸਖਾ ਵਰਤ, ਇਹੋ ਜਿਹਾ ਫਾਰਮੂਲਾ ਵਰਤ, ਤੂੰ ਆਪਣੇ ਜੀਵਨ ਨੂੰ ਸਫਲ ਕਰ ਲੈ। ਆਸਾ ਤਨ ਰੈਨੀ ਮਨ ਪੁਨਰਪ ਕਰਹੁ, ਪਾਂਚੋ ਤਤ ਬਰਾਤੀ। ਲਓ ਹੁਣ ਭਗਤ ਕਬੀਰ ਜੀ ਨੇ ਜੋ ਅੱਗੇ ਸ਼ਬਦ ਆ ਰਿਹਾ ਹੈ, ਉਹਦੇ ਵਿੱਚ ਵਿਆਹ ਦਾ ਪ੍ਰਕਰਨ ਲੈ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਬੜੀ ਸੁੰਦਰ ਗਾਥਾ ਬਿਆਨ ਕੀਤੀ ਹੈ। ਔਰ ਇਹਦੀ ਉਥਾਨਕਾ ਇਉਂ ਮਹਾਂਪੁਰਖ ਦੱਸਦੇ ਹਨ। ਭਗਤ ਕਬੀਰ ਜੀ ਆਪਣੇ ਆਨੰਦ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰ ਰਹੇ ਸਨ, ਤੇ ਦੂਸਰੇ ਪਾਸੇ ਉਹਨਾਂ ਦੇ ਗੁਆਂਢ ਦੇ ਵਿੱਚ ਕੋਈ ਭਗਤ ਜੀ ਦਾ ਖਾਸ ਪ੍ਰੇਮੀ ਸੀ, ਉਹਦੇ ਘਰ ਵਿਆਹ ਸੀ। ਉਹਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗਾ, ਭਗਤ ਜੀ ਮੇਰੇ ਘਰ ਪੁੱਤਰ ਦਾ ਵਿਆਹ ਹੈ ਤੇ ਤੁਸਾਂ ਜ਼ਰੂਰ ਦਰਸ਼ਨ ਦੇਣੇ। ਭਗਤ ਕਬੀਰ ਜੀ
ਚੁੱਪ ਰਹੇ, ਕੋਈ ਜਵਾਬ ਨਾ ਦਿੱਤਾ। ਉਹਨੇ ਫਿਰ ਦੁਬਾਰਾ ਬੇਨਤੀ ਕੀਤੀ। ਕਹਿਣ ਲੱਗਾ, ਨਹੀਂ ਮਹਾਰਾਜ, ਤੁਸਾਂ ਜ਼ਰੂਰ ਮੇਰੇ ਪੁੱਤਰ ਦੇ ਵਿਆਹ ਦੇ ਵਿੱਚ ਦਰਸ਼ਨ ਦੇਣੇ। ਤਾਂ ਭਗਤ ਜੀ ਕਹਿਣ ਲੱਗੇ, ਗੁਰਮੁਖਾ, ਬੜੀ ਔਖੀ ਗੱਲ ਹੈ, ਕਿਉਂਕਿ ਤੂੰ ਤਾਂ ਆਪਣੇ ਪੁੱਤਰ ਦਾ ਵਿਆਹ ਕਰ ਰਿਹਾ ਹੈ, ਪਰ ਇੱਧਰ ਸਾਡੇ ਘਰ ਦੇ ਵਿੱਚ ਸਾਡਾ ਆਪਣਾ ਵਿਆਹ ਹੋਣ ਲੱਗਿਆ। ਹੁਣ ਜਿਸ ਮਨੁੱਖ ਦਾ ਆਪਣਾ ਵਿਆਹ ਹੋਵੇ ਤੇ ਜੋ ਕੋਈ ਉਹਨੂੰ ਆ ਕੇ ਆਖੇ ਬਈ ਤੂੰ ਕਿਸੇ ਦੇ ਵਿਆਹ ਦੇ ਵਿੱਚ ਸ਼ਾਮਲ ਹੋ, ਭਲਾ ਕਿਵੇਂ ਹੋ ਸਕਦਾ? ਆਪਣਾ ਵਿਆਹ ਛੱਡ ਕੇ ਕੋਈ ਦੂਜੇ ਦੇ ਵਿਆਹ ਦੇ ਵਿੱਚ ਕਿਵੇਂ ਜਾ ਸਕਦਾ? ਹੁਣ ਭਗਤ ਜੀ ਕਹਿਣ ਲੱਗੇ, ਉਹ ਗੁਰਮੁਖਾ, ਸਾਡਾ ਤੇ ਆਪਣਾ ਖੁਦ ਵਿਆਹ ਹੋ ਰਿਹਾ ਹੈ ਤੇ ਅਸੀਂ ਤੇਰੇ ਪੁੱਤਰ ਦੇ ਵਿਆਹ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਉਹ ਪ੍ਰੇਮੀ ਸੁਣ ਕੇ ਹੈਰਾਨ ਹੋਇਆ। ਕਹਿਣ ਲੱਗਾ, ਭਗਤ ਜੀ, ਤੁਹਾਡਾ ਤੇ ਵਿਆਹ ਪਹਿਲਾਂ ਹੋਇਆ, ਤੁਹਾਡੇ ਬੱਚੇ ਵੀ ਜਵਾਨ ਹੋ ਗਏ ਨੇ, ਤੇ ਤੁਸੀਂ ਹੁਣ ਹੋਰ ਕਿਹੜਾ ਵਿਆਹ ਕਰਵਾਉਣ ਲੱਗੇ ਹੋ? ਤਾਂ ਭਗਤ ਜੀ ਕਹਿਣ ਲੱਗੇ, ਇੱਕ ਤਾਂ ਉਹ ਵਿਆਹ ਸੀ ਜਿਸ ਨੂੰ ਆਪਾਂ ਦੁਨਿਆਵੀ ਵਿਆਹ ਜਾਂ ਆਨੰਦ ਕਾਰਜ ਕਹਿ ਸਕਦੇ ਹਾਂ, ਪਰ ਜਿਹੜਾ ਹੁਣ ਵਿਆਹ ਹੋਣ ਲੱਗਿਆ ਹੈ ਉਹ ਦੈਵੀ ਵਿਆਹ ਹੈ। ਦੈਵੀ ਵਿਆਹ ਦੇ ਅੰਦਰ ਮੈਂ ਇੱਕ ਇਸਤਰੀ ਹਾਂ ਤੇ ਮੇਰਾ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਤੇ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਮਹਾਤਮਾ ਮਹਾਂਪੁਰਖ ਨੇ ਉਹ ਮਾਨੋ ਨਵ ਸਜੀਆਂ ਹੋਈਆਂ ਦੁਲਹਨਾਂ ਹਨ, ਉਹ ਖੁਸ਼ੀ ਦੇ ਗੀਤ ਗਾਉਂਦੀਆਂ। ਇਸ ਢੰਗ ਦੇ ਨਾਲ ਮੇਰਾ ਵਿਆਹ ਹੋਣ ਲੱਗਿਆ ਹੈ। ਲੋ ਭਗਤ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ, ਗਾਓ ਗਾਉਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਰਹਾਉ, ਐ ਸਜ ਵਿਆਹੀਓ ਲਾੜੀਓ ਵੋਟੀਓ, ਤੁਸੀਂ ਖੁਸ਼ੀ ਦੇ ਮੰਗਲਾਚਾਰ ਨੂੰ ਗਾਓ, ਬੜੀਆਂ ਖੁਸ਼ੀਆਂ ਨਾਲ ਗਾਓ, 2 ਵਾਰੀ ਗਾਓ। ਹਾਂ ਵੀ ਗਾਓ, ਖੁਸ਼ੀ ਦੇ ਗੀਤ ਗਾਓ, ਖੁਸ਼ੀ ਦਾ ਮੰਗਲਾਚਾਰ ਗਾਓ। ਇਹ ਦੁਲਹਨੀ ਸ਼ਬਦ ਦੁਆਰਾ ਜਿਹੜੇ ਸੰਤ ਭਗਤ ਗੁਰਸਿੱਖ ਨੇ ਔਰ ਉਹ ਰੱਬ ਦੀਆਂ ਸਖੀਆਂ ਨੇ, ਉਹਨਾਂ ਨੂੰ ਸੰਬੋਧਨ ਕੀਤਾ। ਇਹ ਦੁਲਹਨੀਓ, ਇਹ ਰੱਬ ਦੇ ਪਿਆਰਿਓ, ਤੁਸੀਂ ਉਸ ਵਾਹਿਗੁਰੂ ਦੇ ਮੰਗਲਾਚਾਰ ਨੂੰ, ਉਹਦੇ ਜਸ ਨੂੰ ਗਾਓ। ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਕਿਉਂਕਿ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਰਾਜਾ ਰਾਮ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਪਤਾਰਾ ਦਾ ਅਰਥ ਹੈ ਪਤੀ ਹੋ ਕੇ, ਵਾਰ ਬਣ ਕੇ ਹੁਣ ਮੇਰੇ ਘਰ ਦੇ ਵਿੱਚ ਆ ਕੇ ਟੁਕੇ ਨੇ। ਇਸ ਲਈ ਤੁਸੀਂ ਸਾਰੀਆਂ ਹੀ ਰਲ ਕੇ ਵਾਹਿਗੁਰੂ ਦੇ ਮੰਗਲਾਚਾਰ ਜਸ ਨੂੰ ਗਾਓ। ਇੱਥੇ ਬਾਹਰ ਵੀ ਸੰਤ ਭਗਤ ਗੁਰਸਿੱਖਾਂ ਨੂੰ ਦੁਲਹਨ ਦਾ ਦਰਜਾ ਦਿੱਤਾ ਹੈ, ਪਰ ਅੰਤਰੀ ਭਾਵ ਦੇ ਵਿੱਚ ਜਿਹੜੀਆਂ ਗੁਰਮੁਖ ਦੀਆਂ ਗਿਆਨ ਇੰਦਰੀਆਂ ਹਨ ਉਹ ਵੀ ਵਾਹਿਗੁਰੂ ਦੇ ਜਸ ਨੂੰ ਗਾਉਂਦੀਆਂ ਨੇ। ਜਿਹੜੀਆਂ ਅੰਤःਕਰਨ ਦੀਆਂ ਸ਼ੁੱਧ ਬਿਰਤੀਆਂ ਨੇ ਉਹ ਵੀ ਦੁਲਹਨਾਂ ਹਨ, ਉਹਨਾਂ ਨੂੰ ਵੀ ਆਖਿਆ, ਗਾਓ ਗਾਉਰੀ ਦੁਲਹਨੀ ਮੰਗਲ ਚਾਰਾ। ਇਹ ਸਾਡੀ ਇੰਦਰੀਓ ਤੇ ਇਹ ਬਿਰਤੀਓ, ਤੁਸੀਂ ਵੀ ਵਾਹਿਗੁਰੂ ਦੇ ਮੰਗਲਾਚਾਰ ਨੂੰ, ਉਹਦੇ ਜਸ ਨੂੰ ਗਾਓ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਗਾਓ, ਕਿਉਂਕਿ ਮੇਰੇ ਘਰ ਦੇ ਵਿੱਚ, ਮੇਰੇ ਅੰਤःਕਰਨ ਦੇ ਵਿੱਚ ਉਹ ਰਾਜਾ ਰਾਮ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਪਤੀ ਰੂਪ ਬਣ ਕੇ ਆ ਗਏ ਹਨ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ, ਜਿਵੇਂ ਕਿਸੇ ਬੀਬੀ ਦਾ ਵਿਆਹ ਹੋਣਾ ਹੋਵੇ ਨਾ, ਤੇ ਫਿਰ ਉਹ ਆਪਣੇ ਕਈ ਵਾਰੀ ਕੱਪੜੇ ਵੀ ਰੰਗਦੀ ਹੈ ਅਤੇ ਹੋਰ ਤਰ੍ਹਾਂ ਤਰ੍ਹਾਂ ਦੀ ਤਿਆਰੀ ਕਰਦੀ ਹੈ। ਉਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਦੋਂ ਉਹਨਾਂ ਨੇ ਵਾਹਿਗੁਰੂ ਦੇ ਨਾਲ ਮਿਲਣਾ ਹੋਵੇ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਵਿਆਹ ਕਰਨਾ ਹੋਵੇ, ਤਾਂ ਉਹ ਵੀ ਆਪਣੇ ਬਸਤਰ ਰੰਗਦੇ ਨੇ। ਕਿਵੇਂ ਰੰਗਦੇ ਨੇ? ਲੋ ਭਗਤ ਜੀ ਫਰਮਾਉਂਦੇ ਹਨ, ਤਨ ਰੈਣੀ ਮਨ ਪੁਨਰਪ ਕਰਹੁ, ਪਾਂਚੋ ਤਤ ਬਰਾਤੀ। ਲੋ ਭਗਤ ਜੀ ਫਰਮਾਉਂਦੇ ਨੇ, ਤਨ ਰੈਣੀ, ਜਿਹੜਾ ਸਾਡਾ ਸਰੀਰ ਹੈ, ਇਹ ਤੇ ਮਾਨੋ ਰੈਣੀ, ਇਹ ਰੰਗ ਦੀ ਮੱਟੀ ਹੈ, ਤੇ ਜਿਹੜਾ ਮਨ ਇੱਕ ਬਸਤਰ ਹੈ। ਪੁਨः ਰਪ ਕਰਹੁ, ਅਸੀਂ ਉਸ ਸਰੀਰ ਰੂਪੀ ਮੱਟੀ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ, ਭਗਤੀ ਦਾ ਰੰਗ ਘੋਲ ਕੇ ਤੇ ਅਸੀਂ ਆਪਣੇ ਮਨ ਨੂੰ ਰਪ ਕਰਹੁ। ਇਹ ਕਰਹੁ ਪਾਠ ਹੈ, ਕਰਹੁ ਨਹੀਂ ਕਰਨਾ।
ਕਰਹੋ ਦਾ ਅਰਥ ਬਣੇਗਾ ਵੀ ਇਹ ਸਰੀਰ ਰੂਪੀ ਰੰਗ ਦੀ ਮੱਟੀ ਹੈ ਤੇ ਅਸੀਂ ਮਨ ਨੂੰ ਇਹਦੇ ਵਿੱਚ ਪਾ ਕੇ ਰੱਬ ਕਰੋ ਰੰਗਣਾ ਕਰਦੇ ਹਾਂ ਤੇ ਤੁਸੀਂ ਵੀ ਰੰਗੋ। ਪੰਜੋ ਤੱਤ ਬਰਾਤੀ, ਜਿਹੜੇ ਪੰਜ ਤੱਤ ਨੇ, ਪੰਜ ਤੱਤਾਂ ਦੇ ਗੁਣ ਹਨ, ਇਹ ਮਾਨੋ ਬਰਾਤੀ ਸਾਡੇ ਪਾਸ ਢੁਕੇ ਹੋਏ ਨੇ। ਪੰਜ ਤੱਤਾਂ ਦੇ ਗੁਣ ਕਿਹੜੇ ਨੇ? ਧਰਤੀ ਵਿੱਚ ਨਿਮਰਤਾ ਹੈ, ਪਾਣੀ ਵਿੱਚ ਨਿਰਮਲਤਾ ਹੈ, ਅੱਗ ਵਿੱਚ ਪ੍ਰਕਾਸ਼ ਦੇ ਪਾਪਾਂ ਨੂੰ ਦਾਹ ਕਰਨ ਵਾਲੀ ਸ਼ਕਤੀ ਹੈ, ਅਤੇ ਹਵਾ ਦੇ ਵਿੱਚ ਨਿਰਲੇਪਤਾ ਹੈ, ਆਕਾਸ਼ ਵਿੱਚ ਨਿਰਖੋਭਤਾ ਹੈ। ਇਹ ਜਿਹੜੇ ਪੰਜੋ ਤੱਤ, ਜਿਹੜੇ ਪੰਜ ਤੱਤਾਂ ਦੇ ਗੁਣ ਨੇ, ਇਹ ਮਾਨੋ ਇਹ ਬਰਾਤੀ ਬਣ ਕੇ ਸਾਡੇ ਪਾਸ ਢੁਕੇ ਹੋਏ ਹਨ। ਰਾਮ ਰਾਏ ਸਿਉ ਭਾਵਰ ਲੈਹੋ ਆਤਮ ਤਿਹ ਰੰਗ ਰਾਤੀ। ਲੋ ਭਾਈ ਜੀ ਕਹਿੰਦੇ ਨੇ, ਮੈਂ ਹੁਣ ਉਸ ਰਾਮ ਰਾਏ, ਉਸ ਪਾਤਸ਼ਾਹ ਅਕਾਲ ਪੁਰਖ ਦੇ ਨਾਲ ਭਾਵਰ ਲੈਹੋ, ਹੁਣ ਲਾਵਾਂ ਲਵਾਂਗੀ। ਮੈਂ ਉਸ ਅਕਾਲ ਪੁਰਖ ਦੇ ਨਾਲ ਫੇਰੇ ਲਵਾਂਗੀ, ਉਹਦੇ ਨਾਲ ਵਿਆਹ ਕਰਾਵਾਂਗੀ। ਆਤਮ ਤੇ ਰੰਗ ਰਾਤੀ, ਕਿਉਂਕਿ ਮੇਰੀ ਆਤਮਾ, ਮੇਰੀ ਜ਼ਮੀਰ, ਮੇਰੀ ਬੁੱਧੀ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ ਹੈ। ਗਾਓ ਗਾਉਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ ਰਹਾਓ। ਲੋ ਭਗਤ ਜੀ ਕਹਿੰਦੇ ਨੇ, ਐ ਸੰਤ ਭਗਤ ਰੂਪ ਸਖੀਓ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਖੁਸ਼ੀਆਂ ਦੇ ਜਸ ਦੇ ਗੀਤ ਗਾਓ, ਮੰਗਲਾਚਾਰ ਨੂੰ ਗਾਓ, ਕਿਉਂਕਿ ਮੇਰੇ ਘਰ ਦੇ ਵਿੱਚ ਰਾਜਾ ਰਾਮ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਆ ਗਏ ਹਨ। ਨਾਭ ਕਮਲ ਮਹਿ ਬੇਦੀ ਰਚ ਲੇ ਬ੍ਰਹਮ ਗਿਆਨ ਉਚਾਰਾ। ਲੋ ਭਗਤ ਜੀ ਫਰਮਾਉਂਦੇ ਨੇ, ਜਿਵੇਂ ਵਿਆਹ ਦੇ ਸਮੇਂ ਹਿੰਦੂ ਮਤ ਅਨੁਸਾਰ ਬੇਦੀ ਬਣਾਈ ਜਾਂਦੀ ਸੀ, ਉਸ ਬੇਦੀ ਦੇ ਵਿੱਚ ਇੱਕ ਹਵਨ ਕੁੰਡ ਬਣਾਇਆ ਜਾਂਦਾ ਸੀ, ਉਹਦੇ ਵਿੱਚ ਅੱਗ ਬਾਲੀ ਜਾਂਦੀ ਸੀ, ਉਹਦੇ ਆਲੇ ਦੁਆਲੇ ਤੇ ਫਿਰ ਉਹ ਫੇਰੇ ਲਏ ਜਾਂਦੇ ਸਨ। ਇਸ ਢੰਗ ਦੇ ਨਾਲ ਵਿਆਹ ਹੁੰਦਾ ਸੀ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਨਾਭ ਕਮਲ ਮੈਂ ਬੇਦੀ ਰਚ ਲੇ। ਇੱਥੇ ਨਾਭੀ ਕਮਲ ਤੋਂ ਮੁਰਾਦ ਹੈ ਵੀ ਸਾਡਾ ਨਾਭੀ ਕਮਲ ਤੋਂ ਮੁਰਾਦ ਹੈ ਸਾਡਾ ਹਿਰਦਾ, ਸ਼ੁੱਧ ਹਿਰਦਾ। ਅਸੀਂ ਆਪਣੇ ਨਾਭੀ ਕਮਲ ਦੇ ਅੰਦਰ, ਭਾਵ ਆਪਣੇ ਡੂੰਘੇ ਹਿਰਦੇ ਵਿੱਚ ਬੇਦੀ ਰਚ ਲਈ, ਉਸ ਵਾਹਿਗੁਰੂ ਦੇ ਗਿਆਨ ਦੀ ਬੇਦੀ ਬਣਾਈ ਹੈ। ਤੇ ਬ੍ਰਹਮ ਗਿਆਨ ਉਚਾਰਾ। ਤੇ ਜਿਹੜਾ ਜਿਵੇਂ ਕੋਈ ਪ੍ਰੋਹਤ ਆ ਕੇ, ਕੋਈ ਪੰਡਤ ਆ ਕੇ ਵੇਦਾਂ ਦੇ ਮੰਤਰ ਪੜ੍ਹਦਾ ਹੈ, ਕੋਈ ਵੇਦਾਂ ਦੇ ਸ਼ਲੋਕ ਪੜ੍ਹਦਾ ਹੈ ਹਿੰਦੂ ਮਤ ਦੇ ਵਿਆਹ ਕਰਨ ਦੇ ਸਮੇਂ, ਤੇ ਭਗਤ ਜੀ ਫਰਮਾਉਂਦੇ ਨੇ, ਨਾਭ ਕਮਲ ਮੈਂ ਬੇਦੀ ਰਚ ਲੇ, ਇਹ ਡੂੰਘੇ ਹਿਰਦੇ ਵਿੱਚ ਅਸੀਂ ਗਿਆਨ ਦੀ ਬੇਦੀ ਬਣਾਈ ਹੋਈ ਹੈ। ਤੇ ਜਿਹੜਾ ਬ੍ਰਹਮ ਗਿਆਨ ਉਚਾਰਨ ਕਰਨਾ, ਇਹੀ ਮਾਨੋ ਅਸੀਂ ਮੰਤਰ ਤੇ ਇਹ ਸ਼ਲੋਕ ਉਚਾਰਨ ਕੀਤਾ ਹੈ। ਰਾਮ ਰਾਏ ਸੋ ਦੁਲਹੁ ਪਾਇਓ ਅਸਬਡ ਭਾਗ ਹਮਾਰਾ। ਲੋ ਭਗਤ ਜੀ ਫਰਮਾਉਂਦੇ ਨੇ, ਅਸੀਂ ਰਾਮ ਰਾਏ ਸੋ ਦੁਲਹੁ ਪਾਇਓ, ਉਹ ਰਾਮ ਰਾਜੇ ਭਾਵ ਉਸ ਪਾਤਸ਼ਾਹ ਪਰਮੇਸ਼ਰ ਵਰਗਾ ਲਾੜਾ ਵਰ ਅਸੀਂ ਪ੍ਰਾਪਤ ਕਰ ਲਿਆ ਹੈ। ਅਸਬਡ ਭਾਗ ਹਮਾਰਾ, ਸਾਡਾ ਐਸਾ ਕੋਈ ਵੱਡਾ ਭਾਗ ਜਾਗਿਆ ਜਿਸ ਦਾ ਸਦਕਾ ਪਰਮੇਸ਼ਰ ਵਰਗਾ ਲਾੜਾ, ਪਰਮੇਸ਼ਰ ਵਰਗਾ ਪਤੀ ਸਾਨੂੰ ਮਿਲਿਆ ਹੈ। ਸੁਰ ਨਰ ਮਨ ਜਨ ਕੌਤਕ ਆਏ ਕੋਟ ਤੇ ਤੀਸ ਉਜਾਨਾ। ਲੋ ਭਗਤ ਜੀ ਫਰਮਾਉਂਦੇ ਨੇ ਵੀ ਤੁਹਾਡੇ ਵਿਆਹ ਦੇ ਵਿੱਚ ਕੌਣ ਕੌਣ ਸ਼ਾਮਲ ਹੋਏ ਸਨ? ਤਾਂ ਭਗਤ ਜੀ ਕਹਿੰਦੇ ਨੇ, ਸੁਰ ਨਰ। ਸੁਰ ਨਰ ਜਿਹੜੇ ਦੇਵਤਿਆਂ ਵਰਗੇ ਪੁਰਸ਼ ਸਨ, ਤੇ ਮੁਨ ਜਨ ਮੁਨੀ ਲੋਕ ਸਨ, ਇਹ ਵੀ ਇਹ ਵਿਆਹ ਦਾ ਕੌਤਕ ਦੇਖਣ ਵਾਸਤੇ ਆਏ। ਸ੍ਰੇਸ਼ਟ ਪੁਰਸ਼, ਸੁਰ ਨਰ ਦਾ ਅਰਥ ਵੀ ਜਿਹੜੇ ਦੇਵਤਿਆਂ ਵਰਗੇ ਕੋਮਲ ਸੁਭਾਅ ਵਾਲੇ ਪੁਰਖ ਨੇ, ਮਹਾਂਪੁਰਖ ਤੇ ਮੁਨੀ ਲੋਕ, ਇਹ ਵੀ ਵਿਆਹ ਦਾ ਤਮਾਸ਼ਾ ਦੇਖਣ ਆਏ ਨੇ। ਕੋਟ ਤੇ 300 ਜਾਨਾ, ਇਹ ਮੁੱਖ ਪਾਠ ਸੰਪਰਦਾਇ ਵਿੱਚ ਕਰਵਾਇਆ ਜਾਂਦਾ ਹੈ। ਕੋਟ ਤੇ 300 ਜਾਨਾ, ਤੇ ਜਿਹੜੇ 33 ਕਰੋੜ ਦੇਵਤੇ ਨੇ, ਉਹ ਵੀ ਜਾਨਾਂ ਦਾ ਅਰਥ ਹੈ ਆਪਣੀਆਂ ਅਸਵਾਰੀਆਂ ਦੇ ਸਮੇਤ, ਉਹ ਵੀ ਇਹ ਤਮਾਸ਼ਾ ਦੇਖਣ ਵਾਸਤੇ ਆਏ ਨੇ। ਤੇ 300 ਜਾਨਾਂ, ਜਾਨ ਕਹਿੰਦੇ ਨੇ ਅਸਵਾਰੀ ਨੂੰ, ਵੀ ਉਹ ਆਪਣੀਆਂ ਅਸਵਾਰੀਆਂ ਤੇ ਆਪੋ ਆਪਣੇ ਵਾਹਨਾਂ ਤੇ ਚੜ੍ਹ ਕੇ ਇਹ ਵਿਆਹ ਦਾ ਤਮਾਸ਼ਾ ਦੇਖਣ ਵਾਸਤੇ ਆਏ ਨੇ। ਤੇ ਦੂਜਾ ਅਰਥ ਕੋਟ ਤੇ 30 ਉਹ ਜਾਨਾਂ, ਇਹ ਦੂਸਰਾ ਪਾਠ ਤੇ ਇਸ ਤਰ੍ਹਾਂ ਵਿਦਵਾਨਾਂ ਨੇ ਮੰਨਿਆ,
ਉਹਦੇ ਵਿੱਚ ਉਜਾਨ ਇੱਕ ਦੇਵਤਿਆਂ ਦੀ ਵੱਖਰੀ ਸੰਗਿਆ ਹੈ। ਜਿਹੜੇ ਉਜਾਨ ਸੰਗਿਆ ਦੇ ਦੇਵਤੇ ਨੇ ਉਹ ਵੀ ਇਸ ਵਿਆਹ ਨੂੰ ਦੇਖਣ ਵਾਸਤੇ ਆਏ ਹਨ। ਕਹਿ ਕਬੀਰ ਮੋਹਿ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਗੁਰਮੁਖੋ ਸਤਸੰਗੀਓ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਮੈਨੂੰ ਵਿਆਹ ਕੇ ਲੈ ਚੱਲੇ ਨੇ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਲਾੜਾ ਬਣ ਕੇ ਤੇ ਮੇਰੀ ਆਤਮਾ ਨੂੰ, ਮੇਰੀ ਜਿੰਦ ਨੂੰ ਪਰਣਾ ਕੇ ਤੇ ਆਪਣੇ ਘਰ ਸੱਚਖੰਡ ਨੂੰ ਲੈ ਚੱਲਿਆ ਹੈ। ਆਸਾ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰੋ ਰੇ। ਲੋ ਭਗਤ ਜੀ ਆਪ ਵੀ ਗ੍ਰਸਤੀ ਸਨ ਤੇ ਗ੍ਰਸਤੀ ਹੁੰਦਿਆਂ ਹੋਇਆਂ ਭਗਤ ਕਬੀਰ ਜੀ ਸੰਨਿਆਸੀ ਵੀ ਸਨ। ਇਸ ਲਈ ਉਹਨਾਂ ਦੇ ਕੋਲ ਗ੍ਰਸਤੀ ਵੀ ਆਉਂਦੇ, ਸਾਧੂ ਮਹਾਤਮਾ ਵੀ ਆਉਂਦੇ। ਜੋ ਉਹਨਾਂ ਦੀਆਂ ਕੋਈ ਮੁਸ਼ਕਲਾਂ ਹੁੰਦੀਆਂ ਸਨ ਉਹ ਭਗਤ ਕਬੀਰ ਜੀ ਦੇ ਪਾਸ ਆ ਕੇ ਦੱਸਦੇ ਤੇ ਭਗਤ ਕਬੀਰ ਜੀ ਉਹਨਾਂ ਦਾ ਸਮਾਧਾਨ ਕਰਦੇ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਦੱਸਦੇ ਨੇ ਕਬੀਰ ਭਗਤ ਜੀ ਦੇ ਗੁਆਂਢ ਦੇ ਵਿੱਚ ਕੋਈ ਬੀਬੀ ਦਾ ਵਿਆਹ ਹੋਇਆ ਤੇ ਜਦੋਂ ਵਿਆਹ ਹੋਇਆ ਉਹ ਆਪਣੇ ਸਹੁਰੇ ਘਰ ਗਈ ਤਾਂ ਉੱਥੇ ਜਾ ਕੇ ਉਸਨੇ ਕੀ ਦੇਖਿਆ, ਉਹਦਾ ਆਪਣੀ ਸੱਸ ਦੇ ਨਾਲ ਝਗੜਾ ਸ਼ੁਰੂ ਹੋ ਗਿਆ ਤੇ ਜੋ ਸਹੁਰੇ ਘਰ ਦਾ ਮਾਹੌਲ ਸੀ ਉਹ ਸਾਰਾ ਹੀ ਉਸਦੇ ਖਿਲਾਫ ਹੋ ਗਿਆ। ਜਦੋਂ ਵਾਪਸ ਮੁੜ ਕੇ ਭਗਤ ਕਬੀਰ ਜੀ ਦੇ ਪਾਸ ਆਈ ਤੇ ਆ ਕੇ ਕਹਿਣ ਲੱਗੀ, ਮਹਾਰਾਜ ਮੈਂ ਤੇ ਬਹੁਤ ਕਸੂਤੀ ਫਸ ਗਈ ਹਾਂ। ਕਿਉਂਕਿ ਭਗਤ ਜੀ ਗ੍ਰਸਤੀ ਸਨ, ਪਰਿਵਾਰ ਵਾਲੇ ਸਨ। ਉਹਨਾਂ ਦੇ ਕੋਲ ਆ ਕੇ ਉਹਨੇ ਆਪਣੇ ਸਹੁਰੇ ਘਰ ਦਾ ਦੁੱਖ ਬਿਆਨ ਕੀਤਾ। ਇਹ ਪਹਿਲਾ ਅਰਥ ਸਮਝਣਾ ਤੇ ਫਿਰ ਇਹਦਾ ਅੰਤਰੀਵ ਅਰਥ ਫਿਰ ਦੁਬਾਰਾ ਕੀਤਾ ਜਾਵੇਗਾ। ਮੇਰੀ ਮਤ ਬੌਰੀ ਮੈਂ ਰਾਮ ਬਸਾਰਿਓ ਕਿਨ ਬਿਦ ਰਹਿਣ ਰਹੋ ਰੇ ਸੇਜਾ ਰਮਤ ਨੈਣ ਨਹੀਂ ਪੇਖੋ ਇਹੋ ਦੁੱਖ ਕਾਸੋ ਕਹੋ ਰੇ। ਇਹ ਹੈ ਸਿਧਾਂਤ ਰੂਪ ਪੰਕਤੀਆਂ। ਉਹ ਬੀਬੀ ਆ ਕੇ ਕਹਿੰਦੀ ਹੈ, ਮੇਰੀ ਮਤ ਬੌਰੀ, ਮਹਾਰਾਜ ਮੇਰੀ ਤੇ ਮਤ ਬੌਰੀ ਪਾਗਲ ਹੋ ਗਈ ਹੈ। ਮੈਂ ਰਾਮ ਵਿਸਾਰਿਓ ਕਿਉਂਕਿ ਮੈਂ ਆਪਣੇ ਰਾਮ ਪਤੀ ਨੂੰ, ਪਤੀ ਪਰਮੇਸ਼ਰ ਨੂੰ ਭੁਲਾ ਦਿੱਤਾ। ਪਹਿਲਾ ਅਰਥ ਹੈ ਮੇਰੀ ਮਤ ਪਾਗਲ ਹੋ ਗਈ ਹੈ ਕਿਉਂਕਿ ਮੈਂ ਆਪਣੇ ਪਤੀ ਨੂੰ ਭੁਲਾ ਦਿੱਤਾ। ਕਿਨ ਬਿਦ ਰਹਿਣ ਰਹੋ ਰੇ। ਹੁਣ ਦੱਸੋ ਮੈਂ ਕਿਸ ਤਰ੍ਹਾਂ ਵੀ ਸੁਹਾਗਣਾ ਦੀ ਰਹਿਣੀ ਵਿੱਚ ਰਵਾਂ ਜਦੋਂ ਮੈਂ ਆਪਣੇ ਪਤੀ ਪਰਮੇਸ਼ਰ ਨੂੰ ਭੁਲਾ ਹੀ ਚੁੱਕੀ ਹਾਂ। ਹੁਣ ਦੱਸੋ ਸੁਹਾਗਣਾ ਵਾਲੀ ਰਹਿਣੀ ਵਿੱਚ ਮੈਂ ਕਿਵੇਂ ਰਹਿ ਸਕਦੀ, ਨਹੀਂ ਰਹਿ ਸਕਦੀ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ, ਕਿਨ ਬਿਦ ਰਹਿਣ ਰਹੋ ਰੇ, ਮੈਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਾਂ ਜਦੋਂ ਮੈਂ ਆਪਣੇ ਪਤੀ ਨੂੰ ਤੇ ਭੁਲਾ ਦਿੱਤਾ ਹੈ। ਮੈਂ ਆਪਣੀ ਜ਼ਿੰਦਗੀ ਨੂੰ ਕਿਵੇਂ ਹੁਣ ਬਤੀਤ ਕਰਾਂ। ਪਰ ਪਹਿਲਾ ਅਰਥ ਹੀ ਮੁੱਖ ਸਮਝਣਾ ਵੀ ਮੈਂ ਸੁਹਾਗਣਾ ਵਾਲੀ ਰਹਿਣੀ ਵਿੱਚ ਕਿਵੇਂ ਰਹਿ ਸਕਦੀ, ਨਹੀਂ ਰਹਿ ਸਕਦੀ। ਸੇਜਾ ਰਮਤ ਨੈ ਨਹੀਂ ਪੇਖੋ, ਮੇਰਾ ਪਤੀ ਮੇਰੀ ਸੇਜਾ ਤੇ ਵਸਦਾ ਹੈ ਪਰ ਮੈਂ ਉਹਨੂੰ ਆਪਣੀ ਅੱਖਾਂ ਨਾਲ ਵੇਖ ਨਹੀਂ ਸਕਦੀ। ਇਹਦਾ ਮਤਲਬ ਇਹ ਹੈ ਵੀ ਉਹ ਪਤੀ ਮੇਰਾ ਸੇਜਾ ਤੇ ਆਉਂਦਾ ਜ਼ਰੂਰ ਹੈ ਪਰ ਮੈਨੂੰ ਬੁਲਾਉਂਦਾ ਨਹੀਂ ਤੇ ਮੈਨੂੰ ਚਲਾਉਂਦਾ ਨਹੀਂ। ਇਹ ਦੁੱਖ ਕਾਸੋ ਕਹੋ ਰੇ। ਇਹ ਜਿਹੜਾ ਵੱਡਾ ਦੁੱਖ ਹੈ ਬਈ ਪਤੀ ਕੋਲ ਹੁੰਦਿਆਂ ਹੋਇਆਂ ਮੇਰੇ ਨਾਲ ਗੱਲ ਨਹੀਂ ਕਰਦਾ, ਇਹ ਦੁੱਖ ਮੈਂ ਕਿਹਨੂੰ ਦੱਸਾਂ, ਕਿਸੇ ਨੂੰ ਦੱਸਣ ਜੋਗੀ ਨਹੀਂ ਹਾਂ। ਇਹ ਪਹਿਲਾ ਅਰਥ ਹੈ। ਲੋ ਆਰੰਭ ਤੋਂ ਸੰਗਤਾਂ ਪ੍ਰੇਮ ਦੇ ਨਾਲ ਇਹ ਸ਼ਬਦ ਦੇ ਅਰਥ ਸੁਣੋ।